ਸਾਡੇ ਕੋਲ ਪੁਖਤਾ ਖਬਰ ਰਹੀ ਆ ਕਿ ਗੱਲ ਬਹੁਤ ਨੇੜੇ ਲੱਗੀ ਆ ਤੇ ਗੱਲ ਦੀਵਾਲੀ ਤੋਂ ਪਹਿਲਾਂ ਚੰਗੀ ਖਬਰ ਆ ਸਕਦੀ ਆ ਕਿ ਸਰਕਾਰ 3 ਖੇਤੀ ਕਾਨੂੰਨਾਂ ਨੂੰ ਲਾਂਭੇ ਰੱਖੇਗੀ, ਜਿਹਦੇ ਵਿੱਚੋਂ 2 ਕਾਨੂੰਨਾਂ ਨੂੰ ਬਿਲਕੁਲ ਲੰਮੇ ਸਮੇਂ ਲਈ ਕਹਿੰਦੀ, ਜਿਹਨੂੰ 1.5 ਸਾਲ ਲਈ ਰੱਦ ਕਰਨ ਲਈ ਸੋਚ ਰਹੀ ਸੀ, ਡੈਡ ਕਰਨ ਲਈ ਸੋਚ ਰਹੀ ਸੀ, ਉਹਨਾਂ ਨੂੰ ਉਮਰ ਭਰ ਲਈ ਡੈਡ ਕਰ ਦੇਗੀ। ਤੇ ਇੱਕ ਬਿੱਲ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ, ਉਹਦੇ ਵਿੱਚ ਉਹਨਾਂ ਨੂੰ ਅਦਾਲਤ ਜਾਣ ਦਾ ਅਧਿਕਾਰ ਦੇ ਕੇ ਕਹੇਗੀ ਕਿ ਕਮੇਟੀ ਬਣਾਓ। ਇੱਕ ਪਾਸੇ ਸਰਕਾਰ ਇਸ ਮਾਹੌਲ ਨੂੰ ਦਿਖਾਉਣਾ ਚਾਹੁੰਦੀ ਸੀ ਜਥੇਬੰਦੀਆਂ ਨੂੰ ਕਿ ਦੇਖੋ ਤੁਹਾਡੀ ਗੱਲ ਮੰਨਣ ਲਈ ਤਿਆਰ ਹਾਂ, ਇਸ ਫਾਰਮੂਲੇ ਤੇ ਆ ਜਾਓ, ਇਸ ਫਾਰਮੂਲੇ ਤੇ, ਤਾਂ ਕਿ ਜਥੇਬੰਦੀਆਂ ਸਖਤ ਫੈਸਲੇ ਨਾ ਲੈਣ, ਤਕੜੇ ਐਕਸ਼ਨ ਨਾ ਉਲੀਕਣ, ਉਹਨਾਂ ਨੂੰ ਭਰਮਾ ਲਈਏ। ਸਰਕਾਰ ਕੋਲ ਸਾਰੇ ਹਥਿਆਰ ਹੁੰਦੇ ਨੇ। ਦੂਏ ਪਾਸੇ ਆ ਘਟਨਾਵਾਂ ਦਾ ਲਗਾਤਾਰ ਵਾਪਰਨਾ, ਸੋ ਇਹਦੇ ਪਿੱਛੇ ਇੱਕ ਸਾਜ਼ਿਸ਼ ਦੀ ਬੂ ਵੀ ਆਉਂਦੀ ਆ। 26 ਤਰੀਕ ਦੀ ਘਟਨਾ ਨੂੰ ਕਿ ਇਸ ਢੰਗ ਨਾਲ ਦੁਬਾਰਾ ਇਸ ਨਵੇਂ ਤਰੀਕੇ ਨਾਲ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਿੰਕੀ ਵਰਗੇ ਬੰਦੇ ਦੀ ਲੋੜ ਸਰਕਾਰ ਨੂੰ ਕੀ ਪੈ ਰਹੀ ਆ? ਪਿੰਕੀ ਉਹ ਬੰਦਾ ਜਿਹਨੇ ਆਪ ਮੰਨਿਆ ਹੋਵੇ ਕਿ 50 ਤੋਂ ਵੱਧ ਮੈਂ ਝੂਠੇ ਪੁਲਿਸ ਮੁਕਾਬਲਿਆਂ 'ਚ ਸ਼ਾਮਲ ਰਿਹਾ, ਗਵਾਹ ਰਿਹਾ, ਤੇ ਮੈਂ ਉਮਰ ਕੈਦ ਕੱਟ ਕੇ ਆਇਆ ਜੇਲ੍ਹ ਦੇ ਵਿੱਚ ਕਤਲ ਮਾਮਲੇ 'ਚ ਲੁਧਿਆਣਾ ਵਾਲੀ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ। ਅਸੀਂ ਸਾਰੇ ਮਿਲ ਕੇ ਪਰਾਲੀ ਨੂੰ ਨਾ ਸਾੜ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾ ਸਕਦੇ ਹਾਂ। ਨਾਲ ਹੀ ਪਰਾਲੀ ਨਾਲ ਸਾਡੀ ਜ਼ਮੀਨ ਦਾ ਝਾੜ ਵੀ ਵਧਾ ਸਕਦੇ ਹਾਂ। ਜੇ ਆਪਾਂ ਕਣਕ ਦੇ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਾਵਾਂਗੇ, ਉਹਨੂੰ ਮਿੱਟੀ ਵਿੱਚ ਹੀ ਮਿਲਾਵਾਂਗੇ, ਤਾਂ ਉਹਦੇ ਨਾਲ ਸਾਡੀ ਜਿਹੜੀ ਜ਼ਮੀਨ ਦੀ ਸਿਹਤ ਹੈ ਬਹੁਤ ਹੀ ਚੰਗੀ ਬਣਦੀ ਹੈ ਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਸਰਕਾਰ ਵੱਲੋਂ ਹੋਰ ਬਹੁਤ ਜ਼ਿਆਦਾ ਪਿੰਡਾਂ 'ਚ ਕੈਂਪ ਲਗਾ ਕੇ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਜਾਗਰੂਕ ਕਰਿਆ ਜਾ ਰਿਹਾ ਹੈਗਾ। ਇਹ ਸਰਕਾਰ ਦਾ ਬੜਾ ਹੀ ਵਧੀਆ ਅੱਛਾ ਕਦਮ ਹੈ ਜੋ ਪੰਜਾਬ ਸਰਕਾਰ ਆਪਾਂ ਨੂੰ ਕਿਸਾਨਾਂ ਦੀ ਬਹੁਤ ਜ਼ਿਆਦਾ ਜਿਹੜੀ ਹੁਣ ਮਦਦ ਕਰ ਰਹੀ ਹੈ, ਆਪਾਂ ਨੂੰ ਸਬਸਿਡੀ ਦੇ ਕੇ ਮਸ਼ੀਨਰੀ ਦੇ ਉੱਤੇ, ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ, ਕਿਉਂਕਿ ਉਹਦੇ ਨਾਲ ਇੱਕ ਤਾਂ ਆਪਣਾ ਵਾਤਾਵਰਨ ਬੜਾ ਦੂਸ਼ਿਤ ਹੁੰਦਾ ਤੇ ਦੂਜਾ ਜਿਹੜੀ ਖੇਤ ਦੀ ਉਪਜਾਊ ਸ਼ਕਤੀ ਹੈ ਉਹ ਵੀ ਘੱਟ ਹੁੰਦੀ ਹੈ। ਕਿਤੇ ਨਾ ਕਿਤੇ ਆਪਣੇ ਜਿਹੜੇ ਮਿੱਤਰ ਕੀੜੇ ਆ ਉਹ ਵੀ ਇਹਦੇ ਨਾਲ ਸੜ ਜਾਂਦੇ ਆ। 3 ਸਾਲ ਮੈਨੂੰ ਹੋ ਗਏ, ਮੈਂ ਕਿਤੇ ਵੀ ਅੱਗ ਨਹੀਂ ਲਾਈ, ਵਧੀਆ ਰਿਜ਼ਲਟ ਆ ਰਹੇ ਆ। ਜਦ ਤੋਂ ਇਹ ਬਾਣ ਲੱਗਿਆਂ ਵਿੱਚ ਖੇਤ ਪੋਲਾ ਰਹਿੰਦਾ ਬਿਲਕੁਲ, ਤੇ ਝਾੜ ਦਾ ਵੀ ਬਹੁਤ ਫਰਕ ਪਿਆ। ਇੱਕ ਕਿਸਾਨ ਭਰਾਵਾਂ ਨੂੰ ਹੋਰ ਅਪੀਲ ਹੈ, ਜੋ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ, ਇਹ ਜੋ ਨਾੜ ਹੈ ਪਰਾਲੀ ਦੇ ਨਾ ਸਾੜੋ, ਵਾਤਾਵਰਨ ਸਾਫ਼ ਰਹੂਗਾ, ਆਪਣੇ ਬੱਚੇ ਤੰਦਰੁਸਤ ਰਹਿਣਗੇ, ਆਉਣ ਵਾਲੀ ਪੀੜ੍ਹੀਆਂ ਤੰਦਰੁਸਤ ਰਹਿਣਗੀਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਮਸ਼ੀਨਾਂ ਸੁਪਰ SMS, ਹੈਪੀ ਸੀਡਰ, ਸੁਪਰ ਸੀਡਰ ਅਤੇ ਜ਼ੀਰੋ ਟਿਲ ਡਰਿਲ ਦੀ ਵਰਤੋਂ ਕਰੋ। ਕਿਸੇ ਵੀ ਮਸ਼ੀਨ ਨੂੰ ਕਿਰਾਏ ਤੇ ਲੈਣ ਲਈ ਹੁਣ iFarm ਮੋਬਾਈਲ ਐਪ ਡਾਊਨਲੋਡ ਕਰੋ। ਪਰਾਲੀ ਨਾ ਸਾੜੇ ਜੋ ਸਭ ਤੋਂ ਸਮਝਦਾਰ ਹੋ। ਕਿ ਜਿੱਦਣ ਮੀਟਿੰਗ ਸ਼ੁਰੂ ਹੁੰਦੀ ਆ ਉਦਣ ਵੀ ਜੋਗਿੰਦਰ ਯਾਦਵ ਨੂੰ ਬਾਹਰ ਕੀਤਾ ਗਿਆ ਸੀ, ਔਰ ਜਿੱਦਣ ਹੁਣ ਮੀਟਿੰਗ ਖਤਮ ਹੋਣੀ ਆ, ਮਾਮਲਾ ਹੱਲ ਹੋਣਾ, ਉਦਣ ਵੀ ਜੋਗਿੰਦਰ ਯਾਦਵ ਨੂੰ ਬਾਹਰ। ਮੈਨੂੰ ਇਸ ਦੇ ਪਿੱਛੇ ਲਖੀਮਪੁਰ ਨਹੀਂ, ਮੈਨੂੰ ਇਹਦੇ ਪਿੱਛੇ ਅਮਿਤ ਸ਼ਾਹ ਲੱਗਦਾ। ਉਹ ਬੰਦਾ ਮੰਤਰੀ ਨਾਲ ਬੈਠਦਾ, ਇੱਕ ਇੰਸਪੈਕਟਰ ਰੈਂਕ ਦਾ ਬੰਦਾ, ਕੱਢਿਆ ਹੋਇਆ ਬੰਦਾ, ਜੇਲ੍ਹ ਕੱਟਿਆ ਹੋਇਆ ਬੰਦਾ, ਅਪਰਾਧੀ ਬੰਦਾ, ਮੰਤਰੀ ਨਾਲ ਕਮਰੇ 'ਚ ਬੈਠ ਕੇ ਰੋਟੀਆਂ ਖਾਵੇ। ਇਹਦੇ ਕੀ ਮਾਇਨੇ ਨੇ? ਕੀ ਪਿੰਕੀ ਕੈਟ ਵਾਲੇ ਫਾਰਮੂਲੇ ਰਾਹੀਂ ਅੰਦੋਲਨ ਖਤਮ ਕਰਨਾ, ਜੋ ਕੁਝ ਪੰਜਾਬ 'ਚ ਕੀਤਾ ਉਹਨਾਂ ਨੇ ਪਹਿਲਾਂ? ਸੋ ਇਸ ਤੋਂ ਵੀ ਸਵਾਲ ਨੇ। ਸੋ ਇਸ ਲਈ ਜਥੇਬੰਦੀਆਂ ਮੂਹਰੇ ਚੁਣੌਤੀ ਦੂਰੀ ਆ। ਲਖੀਮਪੁਰ ਵਾਲੀ ਘਟਨਾ ਤੁਰੰਤ ਨਿਬੇੜਨ ਦੇ ਲਈ ਸਾਹਮਣੇ ਆਉਣਾ। ਯੋਗੀ ਦੀ ਸਰਕਾਰ ਹੋਵੇ, ਬੰਦਾ ਕੇਂਦਰ 'ਚ ਮੰਤਰੀ ਹੋਵੇ ਔਰ ਕਹਿੰਦਾ ਮੈਂ ਅਸਤੀਫਾ ਨਹੀਂ ਦਊਂਗਾ, ਉਹ ਤੋਂ ਬਾਅਦ ਮੁੰਡੇ ਦੀ ਗ੍ਰਿਫਤਾਰੀ ਇੰਨੀ ਛੇਤੀ ਹੋਣਾ, ਪਰਿਵਾਰ ਨੂੰ ਪੈਸੇ ਅਨਾਉਂਸ ਕਰਨਾ ਤੇ ਪਹੁੰਚਾਉਣਾ ਪੈਸੇ, ਠੀਕ ਹੈ ਨਾ, ਇਹ ਯੋਗੀ ਸਰਕਾਰ ਇੰਨੀ ਛੇਤੀ ਚੁੱਕੀ। ਪਰ ਇਹ ਸਭ ਦੇ ਦਰਮਿਆਨ ਜਿਹੜੇ 9 ਮਹੀਨੇ ਗੱਲਬਾਤ ਟੁੱਟੀ ਰਹੀ, ਉਹ ਮੇਜ਼ਾਂ ਵਾਲੀ ਗੱਲਬਾਤ ਟੁੱਟੀ ਰਹੀ, ਫੋਨਾਂ ਵਾਲੀ ਗੱਲਬਾਤ ਨਹੀਂ ਟੁੱਟੀ। ਅਧਿਕਾਰੀਆਂ ਰਾਹੀਂ ਗੱਲਬਾਤ ਲਗਾਤਾਰ ਲੀਡਰਾਂ ਤੱਕ ਪਹੁੰਚ ਸੀ। ਹੁਣ ਸਰਕਾਰ ਮਿੰਨਤ ਵਾਲੇ ਪਾਸੇ ਸੀ ਕਿ ਮਾਮਲਾ ਨਿਬੇੜੋ, ਕਿ ਜੇ ਜੋਗਿੰਦਰ ਯਾਦਵ ਮੀਟਿੰਗ ਚਾਹੁੰਗੇ ਫਿਰ ਮੀਟਿੰਗ ਨਹੀਂ ਹੋਏਗੀ। ਉਹ ਕਹਿੰਦੇ ਜੀ ਇਹ ਕਿਉਂ? ਕਹਿੰਦੇ ਜੋਗਿੰਦਰ ਯਾਦਵ ਕਿਸਾਨ ਲੀਡਰ ਹੁਣ ਬਣਿਆ, ਪੋਲੀਟੀਕਲ ਲੀਡਰ ਉਹ ਪਹਿਲਾਂ ਹੈ। ਯੂਪੀ ਪਹਿਲਾਂ ਕਿਸ ਕਰਿਆ, ਪੰਜਾਬ ਹੱਥ ਆ ਨਹੀਂ ਰਿਹਾ, ਉੱਤਰਾਖੰਡ ਚਲਾ ਜਾਣਾ, ਗੋਆ 'ਚ ਸਾਡੇ ਪੈਰ ਨਹੀਂ ਲੱਗ ਰਹੇ, ਜਾਵਾਂਗੇ ਕਿੱਥੇ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਮਹਾ ਸੁਰਖਾਬ। ਦੋਸਤੋ, ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਵੇ ਤਾਂ 11 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਨੂੰ ਕਿਸਾਨਾਂ ਨੂੰ ਹੋ ਚੁੱਕੇ ਨੇ। 11 ਮਹੀਨੇ ਪੂਰੇ ਹੋ ਚੁੱਕੇ ਨੇ ਤੇ ਆਸ ਵੱਜਦੀ ਹੈ ਕਿ ਬਹੁਤ ਜਲਦੀ ਜਿਹੜਾ ਕਿ ਕਿਸਾਨੀ ਅੰਦੋਲਨ ਆ ਸਮਾਪਤ ਹੋਵੇਗਾ, ਜਾਂ ਅਸੀਂ ਦੂਜੇ ਸ਼ਬਦਾਂ 'ਚ ਕਹਿ ਲਈਏ ਜੋ ਕਿਸਾਨਾਂ ਦੀ ਭਾਸ਼ਾ ਆ ਕਿ ਉਹ ਜਿੱਤ ਜਾਣਗੇ, ਸਰਕਾਰ ਨੂੰ ਝੁਕਾ ਲਿਆ, ਸਰਕਾਰ ਗੱਲ ਮੰਨਦੀ ਨਜ਼ਰ ਆਉਂਦੀ ਹੈ। ਲੇਕਿਨ ਕੀ ਸਮੀਕਰਨ ਬਣੇ, ਕਿਸ ਤਰੀਕੇ ਦੇ ਨਾਲ ਇਹ ਸਾਰੀ ਗੱਲਬਾਤ ਹੋਵੇਗੀ, ਕੀ ਉਹ ਸ਼ਰਤਾਂ ਨੇ ਜੋ ਸਰਕਾਰ ਜਾਂ ਮੰਨ ਰਹੀ ਹੈ ਕਿਸਾਨਾਂ ਦੀਆਂ, ਕਿਹੜੀਆਂ ਜਿਹੜੀਆਂ ਮੰਗਾਂ ਤੇ ਫੁੱਲ ਚੜਾਏ ਜਾਣਗੇ, ਸਾਰੀਆਂ ਚੀਜ਼ਾਂ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ, ਜਿਹੜੇ ਬੜੇ ਨੇੜੋਂ ਇਹਨਾਂ 11 ਮਹੀਨਿਆਂ ਦੌਰਾਨ ਕਿਸਾਨੀ ਅੰਦੋਲਨ ਦੇ ਬੜੇ ਨੇੜੋਂ ਜਿਨ੍ਹਾਂ ਨੇ ਦੇਖਿਆ ਆ, ਤੇ ਖਾਸ ਤੌਰ ਤੇ ਹਰ ਮੀਟਿੰਗ ਦੇ ਵਿੱਚ ਉਹ ਇਹਨਾਂ ਨੇ ਇੱਕ ਪੋਸਟਮਾਰਟਮ ਜ਼ਰੂਰ ਕੀਤਾ ਉਸ ਮੀਟਿੰਗ ਦਾ ਕਿ ਅਸਲ ਕੀ ਹੈ। ਭਾਜੀ ਬਹੁਤ ਬਹੁਤ ਸਵਾਗਤ ਹੈ ਸਪੋਕਸਮੈਨ। ਬਹੁਤ ਬਹੁਤ ਧੰਨਵਾਦ। ਮੇਰੀ ਰੋਜ਼ਾਨਾ ਸਪੋਕਸਮੈਨ ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਪੋਸਟਮਾਰਟਮ ਦੀ ਗੱਲ ਕੀਤੀ ਆਪਾਂ, ਹਰ ਮੀਟਿੰਗ ਦੀ ਪੋਸਟਮਾਰਟਮ ਕੀਤਾ ਆ ਕਿ ਕੀ ਨਿਕਲਿਆ, ਕੀ ਚਰਚਾ ਲੰਮੀ ਚੱਲਦੀ ਰਹੀ ਹੈ। ਲੇਕਿਨ 11 ਮਹੀਨਿਆਂ ਦੇ ਦੌਰ ਦੀ ਗੱਲ ਕਰੀਏ, ਕੀ ਲੱਗਦਾ ਜਿਹੜੀ ਆਸ ਵੱਧਦੀ ਹੈ, ਜਿਹੜੀ ਮੰਗ 26 ਨਵੰਬਰ 27 ਨਵੰਬਰ ਨੂੰ 2020 ਨੂੰ ਲੈ ਕੇ ਚੱਲੇ ਸੀ, ਉਹ ਪੂਰੀ ਹੁੰਦੀ ਕਦੋਂ ਤੱਕ ਨਜ਼ਰ ਆਉਂਦੀ ਹੈ? ਦੇਖੋ 22 ਜਨਵਰੀ ਤੋਂ ਬਾਅਦ ਰਸਮੀ ਗੱਲਬਾਤ ਨਹੀਂ ਹੋਈ ਕੋਈ, ਤੋ ਉਸ ਢੰਗ ਨਾਲ 9 ਮਹੀਨੇ ਉਹਨੂੰ ਪੂਰੇ ਹੋ ਲਏ ਨੇ ਤੇ 11 ਮਹੀਨੇ ਆ ਪੂਰੇ ਹੋ ਜਾਣੇ ਨੇ ਕੱਲ ਨੂੰ। ਸੋ ਇਸ ਢੰਗ ਨਾਲ 12ਵਾਂ ਮਹੀਨਾ 1 ਸਾਲ ਦਾ ਮਹੀਨਾ ਪੂਰਾ ਸ਼ੁਰੂ ਹੋ ਜਾਣਾ। ਪਰ ਇਸ ਸਭ ਦੇ ਦਰਮਿਆਨ ਜਿਹੜੇ 9 ਮਹੀਨੇ ਗੱਲਬਾਤ ਟੁੱਟੀ ਰਹੀ, ਉਹ ਮੇਜ਼ਾਂ ਵਾਲੀ ਗੱਲਬਾਤ ਟੁੱਟੀ ਰਹੀ, ਫੋਨਾਂ ਵਾਲੀ ਗੱਲਬਾਤ ਨਹੀਂ ਟੁੱਟੀ। ਅਧਿਕਾਰੀਆਂ ਰਾਹੀਂ ਗੱਲਬਾਤ ਲਗਾਤਾਰ ਲੀਡਰਾਂ ਤੱਕ ਪਹੁੰਚ ਸੀ। ਹੁਣ ਸਰਕਾਰ ਮਿੰਨਤ ਵਾਲੇ ਪਾਸੇ ਸੀ ਕਿ ਮਾਮਲਾ ਨਿਬੇੜੋ। ਪਰ ਇਹਦੇ ਵਿੱਚ ਦੋ ਗੱਲਾਂ ਨੇ। ਇੱਕ ਪਾਸੇ ਸਰਕਾਰ ਇਸ ਮਾਹੌਲ ਨੂੰ ਦਿਖਾਉਣਾ ਚਾਹੁੰਦੀ ਸੀ ਜਥੇਬੰਦੀਆਂ ਨੂੰ ਕਿ ਦੇਖੋ ਅਸੀਂ ਤੁਹਾਡੀ ਗੱਲ ਮੰਨਣ ਲਈ ਤਿਆਰ ਹਾਂ, ਇਸ ਫਾਰਮੂਲੇ ਤੇ ਆਜੋ, ਇਸ ਫਾਰਮੂਲੇ ਤੇ, ਤਾਂ ਕਿ ਜਥੇਬੰਦੀਆਂ ਸਖਤ ਫੈਸਲੇ ਨਾ ਲੈਣ, ਤਕੜੇ ਐਕਸ਼ਨ ਨਾ ਉਲੀਕਣ, ਉਹਨਾਂ ਨੂੰ ਭਰਮਾ ਲਈਏ। ਸਰਕਾਰ ਕੋਲ ਸਾਰੇ ਹਥਿਆਰ ਹੁੰਦੇ ਨੇ। ਦੂਏ ਪਾਸੇ ਆ ਘਟਨਾਵਾਂ ਦਾ ਲਗਾਤਾਰ ਵਾਪਰਨਾ। ਸੋ ਇਹਦੇ ਪਿੱਛੇ ਇੱਕ ਸਾਜ਼ਿਸ਼ ਦੀ ਬੂ ਵੀ ਆਉਂਦੀ ਆ ਕਿ ਕੀ ਉਹ ਇਸ ਤਰੀਕੇ ਨਾਲ ਵੀ ਕਦੇ ਸੁਪਰੀਮ ਕੋਰਟ ਤੋਂ ਹਦਾਇਤ ਆਉਂਦੀ ਆ ਕਿ ਜੀ ਰਾਹ ਖੋਲ ਦਿਓ, ਲਾਂਘੇ ਛੱਡੋ। ਕਦੇ ਹਰਿਆਣੇ ਦੀ ਖੱਟਰ ਸਰਕਾਰ ਮੀਟਿੰਗਾਂ ਕਰਦੀ ਆ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮਾਂ ਲਾਉਂਦੀ ਆ, ਆਪਣੀਆਂ ਕਮੇਟੀਆਂ ਬਣਾਉਂਦੀ ਆ, ਕਦੇ ਉੱਥੇ ਤੋਂ ਕੁਝ ਪਿੰਡਾਂ ਵਾਲੇ ਲੋਕਾਂ ਨੂੰ ਹਲਾਰਾ ਦੇ ਕੇ ਭੇਜਦੀ ਆ। ਸੋ ਉਸ ਪਾਸੇ ਨੀਤੀਆਂ। ਅਚਾਨਕ ਲਖੀਮਪੁਰ ਵਰਗੀ ਘਟਨਾ, ਅਚਾਨਕ ਹੁਣ ਆ ਫੋਟੋਆਂ ਦਾ ਸਾਹਮਣੇ ਆਉਣਾ, ਠੀਕ ਹੈ ਨਾ, ਪਿੰਕੀ ਕੈਟ ਤੇ ਨਿਹੰਗ ਬਾਬੇ ਅਮਨ ਦੀਆਂ ਮੰਤਰੀ ਨਾਲ ਫੋਟੋਆਂ, ਉਹ ਸਵਾਲ ਖੜੇ ਕਰਦੇ ਨੇ ਕਿ ਕੀ ਸਰਕਾਰ ਇੱਕੋ ਸਮੇਂ 'ਚ ਦੋ ਰਾਹਾਂ ਤੇ ਚੱਲ ਰਹੀ ਆ? ਇੱਕ ਪਾਸੇ ਉਹਦੀ ਹੈ ਕਿ ਜਥੇਬੰਦੀਆਂ ਨੂੰ ਭਰੋਸੇ 'ਚ ਰੱਖੋ ਕਿ ਅਸੀਂ ਗੱਲ ਕਰ ਰਹੇ ਹਾਂ, ਨਿਬੇੜ ਰਹੇ ਹਾਂ, 9 ਮਹੀਨੇ ਲਟਕਾ ਲਿਆ, ਤੇ ਦੂਸਰੇ ਪਾਸੇ ਇਸ ਢੰਗ ਨਾਲ ਅੰਦੋਲਨ ਦਾ ਅਕਸ ਖਰਾਬ ਕਰੋ, ਅੰਦੋਲਨ ਦੀ ਦਿੱਖ ਖਰਾਬ ਕਰੋ, ਅੰਦੋਲਨ ਨੂੰ ਕਮਜ਼ੋਰ ਕਰੋ, ਲੋਕ ਆਪ ਹੀ ਉੱਠ ਕੇ ਚੱਲ ਜਾਣ, ਲੋਕ ਦਹਿਸ਼ਤ 'ਚ ਆ ਜਾਣ। 26 ਤਰੀਕ ਦੀ ਘਟਨਾ ਨੂੰ ਕੀ ਇਸ ਢੰਗ ਨਾਲ ਦੁਬਾਰਾ ਇਸ ਨਵੇਂ ਤਰੀਕੇ ਨਾਲ ਦੁਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਪਿੰਕੀ ਵਰਗੇ ਬੰਦੇ ਦੀ ਲੋੜ ਸਰਕਾਰ ਨੂੰ ਕੀ ਪੈ ਰਹੀ ਹੈ? ਪਿੰਕੀ ਉਹ ਬੰਦਾ ਜਿਹਨੇ ਆਪ ਮੰਨਿਆ ਹੋਵੇ ਕਿ 50 ਤੋਂ ਵੱਧ ਮੈਂ ਝੂਠੇ ਪੁਲਿਸ ਮੁਕਾਬਲਿਆਂ 'ਚ ਸ਼ਾਮਲ ਰਿਹਾ, ਗਵਾਹ ਰਿਹਾ, ਤੇ ਮੈਂ ਉਮਰ ਕੈਦ ਕੱਟ ਕੇ ਆਇਆ ਜੇਲ੍ਹ ਦੇ ਵਿੱਚ ਕਤਲ ਮਾਮਲੇ 'ਚ ਲੁਧਿਆਣਾ ਵਾਲੀ, ਤੇ ਉਸ ਦੇ ਬਾਅਦ ਉਹ ਬੰਦਾ ਮੰਤਰੀ ਨਾਲ ਬੈਠਦਾ। ਇੱਕ ਇੰਸਪੈਕਟਰ ਰੈਂਕ ਦਾ ਬੰਦਾ, ਕੱਢਿਆ ਹੋਇਆ ਬੰਦਾ, ਜੇਲ੍ਹ ਕੱਟਿਆ ਹੋਇਆ ਬੰਦਾ, ਅਪਰਾਧੀ ਬੰਦਾ ਮੰਤਰੀ ਨਾਲ ਕਮਰੇ 'ਚ ਬੈਠ ਕੇ ਰੋਟੀਆਂ ਖਾਵੇ, ਤੇ ਇਹਦੇ ਕੀ ਮਾਇਨੇ ਨੇ? ਕੀ ਪਿੰਕੀ ਕੈਟ ਵਾਲੇ ਫਾਰਮੂਲੇ ਰਾਹੀਂ ਅੰਦੋਲਨ ਖਤਮ ਕਰਨਾ, ਜੋ ਕੁਝ ਪੰਜਾਬ 'ਚ ਕੀਤਾ ਉਹਨਾਂ ਨੇ ਪਹਿਲਾਂ? ਸੋ ਇਸ ਤੋਂ ਵੀ ਸਵਾਲ ਨੇ। ਸੋ ਇਸ ਲਈ ਜਥੇਬੰਦੀਆਂ ਮੂਹਰੇ ਚੁਣੌਤੀ ਦੂਰੀ ਆ। ਇੱਕ ਪਾਸੇ ਸਰਕਾਰ ਵਾਲੀਆਂ ਤਜਵੀਜ਼ਾਂ ਕਿ ਲੈ ਭਾਈ ਗੱਲਬਾਤ ਨਿਬੜੀ, ਜਿਹੜੀ ਸਾਡੇ ਕੋਲ ਖਬਰ ਆ ਰਹੀ ਆ ਕਿ ਗੱਲਬਾਤ ਬਹੁਤ ਨੇੜੇ, ਦੂਏ ਪਾਸੇ ਇਹਨਾਂ ਘਟਨਾਵਾਂ। ਸੋ ਇਸ ਲਈ ਬੜਾ ਸੋਚ ਕੇ ਕਦਮ ਰੱਖਣਾ ਪੈਣਾ। ਪਰ ਮੈਂ ਸਪੋਕਸਮੈਨ ਦੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਸਾਡੇ ਕੋਲ ਪੁਖਤਾ ਖਬਰ ਰਹੀ ਆ ਕਿ ਗੱਲ ਬਹੁਤ ਨੇੜੇ ਲੱਗੀ ਆ, ਤੇ ਗੱਲ ਦੀਵਾਲੀ ਤੋਂ ਪਹਿਲਾਂ ਚੰਗੀ ਖਬਰ ਆ ਸਕਦੀ ਆ ਕਿ ਸਰਕਾਰ 3 ਖੇਤੀ ਕਾਨੂੰਨਾਂ ਨੂੰ ਲਾਂਭੇ ਰੱਖੇਗੀ, ਜਿਹਦੇ ਵਿੱਚੋਂ 2 ਕਾਨੂੰਨਾਂ ਨੂੰ ਬਿਲਕੁਲ ਲੰਮੇ ਸਮੇਂ ਲਈ ਕਹਦੀ, ਜਿਹਨੂੰ 1.5 ਸਾਲ ਲਈ ਰੱਦ ਕਰਨ ਲਈ ਸੋਚ ਰਹੀ ਸੀ, ਡੈਡ ਕਰਨ ਲਈ ਸੋਚ ਰਹੀ ਸੀ, ਉਹਨਾਂ ਨੂੰ ਉਮਰ ਭਰ ਲਈ ਡੈਡ ਕਰ ਦੇਗੀ। ਤੇ ਇੱਕ ਬਿੱਲ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ, ਉਹਦੇ ਵਿੱਚ ਉਹਨਾਂ ਨੂੰ ਅਦਾਲਤ ਜਾਣ ਦਾ ਅਧਿਕਾਰ ਦੇ ਕੇ ਕਹੇਗੀ ਕਿ ਕਮੇਟੀ ਬਣਾਓ, ਉਹ 'ਚ ਸਰਕਾਰਾਂ ਦੀਆਂ ਕਮੇਟੀਆਂ, ਸੂਬਿਆਂ ਦੀਆਂ ਅਧਿਕਾਰੀਆਂ ਦੀਆਂ ਕਮੇਟੀਆਂ, ਮੰਤਰੀਆਂ ਦੀਆਂ ਕਮੇਟੀਆਂ, ਵਿੱਚ ਜਥੇਬੰਦੀਆਂ ਦੇ ਨੁਮਾਇੰਦੇ, ਯੂਨੀਵਰਸਿਟੀਆਂ ਦੇ ਖੇਤੀ ਯੂਨੀਵਰਸਿਟੀਆਂ ਦੇ ਨੁਮਾਇੰਦੇ ਬੁਲਾ ਕੇ ਕਮੇਟੀ ਬਣਾਵੇ। ਉਹ MSP ਵੀ ਵਿਚਾਰੇਗੀ ਤੇ ਇੱਕ ਬਿੱਲ ਦੇ ਮਸਲੇ ਦੇ ਵਿਚਾਰੇਗੀ, ਤੇ 2 ਬਿੱਲਾਂ ਨੂੰ ਖਤਮ ਕੀਤਾ ਜਾਏਗਾ। ਇਹ ਦੀਵਾਲੀ ਤੋਂ ਪਹਿਲਾਂ ਖਬਰ ਆ ਸਕਦੀ ਹੈ। ਇਹਦਾ ਇੱਕ ਸੰਕੇਤ ਮੈਨੂੰ ਹੋਰ ਮਿਲਦਾ। ਜੀ ਭਾਈ, ਮੈਂ ਇੱਕ ਸਵਾਲ ਇੱਥੇ ਆ, ਪਹਿਲਾਂ ਇੱਕ ਗੱਲ ਆਪਣੇ 'ਚ ਚੱਲਦੀ ਹੁੰਦੀ ਸੀ ਕਿ ਇੱਕ ਸ਼ਬਦ ਲੱਭਿਆ ਜਾਵੇ ਰੱਦ ਤੇ, ਉਹਦੇ ਜਿਹੜਾ ਕਿ ਸਰਕਾਰ ਜੋ ਕਹਿੰਦੀ ਹੈ ਕਿ ਅਸੀਂ ਵਾਪਸ ਲੈਣੇ ਆ ਜਾਂ ਹਨਾ ਉਸ ਚੀਜ਼ ਨੂੰ ਹੋਲਡ ਵਾਲਾ, ਉਹ ਰੱਦ, ਕੀ ਇੱਥੇ ਵੀ ਉਹ ਸ਼ਬਦ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ? ਬਿਲਕੁਲ। ਹਲੇ ਵੀ ਮੈਨੂੰ ਲੱਗਦਾ ਕਿ ਉਹ ਸ਼ਬਦ ਜਿਹੜਾ ਮੈਨੂੰ ਸਮਝ ਆ ਰਹੀ ਹੈ ਕਿ ਉਹਨੂੰ ਕਹਿਣਗੇ ਕਿ ਅਸੀਂ ਡੈਡ ਕਰ ਦਿੱਤੇ ਨੇ। ਸੋ ਅਣਮਿੱਥੇ ਸਮੇਂ ਲਈ ਉਹ ਡੈਡ ਕਰ ਦਿੱਤੇ ਗਏ ਨੇ ਕਿ ਉਹ ਲਾਗੂ ਨਹੀਂ ਹੋਣਗੇ। ਇਹ ਇਸ ਢੰਗ ਨਾਲ, ਮਤਲਬ ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਉਹ ਲਾਂਭੇ ਰੱਖਤੇ ਚੀਜ਼ਾਂ, ਉਸ ਨਜ਼ਰੀਏ ਤੋਂ ਕੋਈ ਸ਼ਬਦ ਲੱਭਿਆ ਜਾ ਰਿਹਾ। ਸੋ ਲੱਭ ਲੈਣਗੇ ਸਰਕਾਰਾਂ ਕੋਲ। ਅਜੇ ਤੱਕ ਜੇ 9 ਮਹੀਨਿਆਂ 'ਚ ਨਹੀਂ ਲੱਭਿਆ ਤਾਂ ਹੁਣ ਸ਼ਾਇਦ ਲੱਭ ਲੈਣ, ਸ਼ਾਇਦ ਉਹਦਾ ਜਥੇਬੰਦੀਆਂ ਕੋਈ ਸ਼ਬਦ ਸੁਝਾਅ ਦੇ ਦੇਣ। ਪਰ ਮੈਨੂੰ ਇਹ ਆਸ ਹੋਰ ਕਿਉਂ ਜ਼ਿਆਦਾ ਪੁਖਤਾ ਲੱਗਦੀ ਆ ਕਿ ਦੀਵਾਲੀ ਤੋਂ ਪਹਿਲਾਂ ਮਾਮਲਾ ਨਿਬੜ ਸਕਦਾ। ਜੋਗਿੰਦਰ ਯਾਦਵ, ਬਿਲਕੁਲ, ਜੋਗਿੰਦਰ ਯਾਦਵ ਅੰਨਾ ਹਜ਼ਾਰੇ ਤੋਂ ਅੰਦੋਲਨ 'ਚੋਂ ਚਿਹਰਾ ਬਣਦੇ ਨੇ। ਉਹਨਾਂ ਨੂੰ ਉਸ ਸਮੇਂ, ਬੇਸ਼ੱਕ ਉਹ ਤੋਂ ਪਹਿਲਾਂ ਉਹ ਕੰਮ ਕਰਦੇ ਸੀ ਆਪਣੀ ਵਿਧਾਵਾਂ 'ਚ, ਪਰ ਚਿਹਰਾ ਮੋਹਰਾ ਉਸ ਸਮੇਂ ਬਣੇ। ਫਿਰ ਉਹ ਰਾਜਨੀਤਿਕ ਤੌਰ ਤੇ ਆਮ ਆਦਮੀ ਪਾਰਟੀ ਦੇ ਮੁੱਢਲੀ ਕਤਾਰ ਦੇ ਵਿੱਚ ਖੜੇ ਨਜ਼ਰ ਆਏ, ਉਹਨਾਂ ਨੂੰ ਬਣਾਉਣ ਦੇ ਵਿੱਚ ਪਾਰਟੀ ਦਾ ਮੁੱਖ ਧਿਰ ਰਹੇ। ਫਿਰ ਜਦੋਂ ਉਧਰ ਦਾਲ ਨਹੀਂ ਗਲੀ, ਰਾਜਨੀਤਿਕ ਤੌਰ ਤੇ ਨਹੀਂ ਕੋਈ ਥਾਂ ਮਿਲੀ, ਫਿਰ ਸਵਰਾਜ ਪਾਰਟੀ ਬਣਾਈ, ਚੋਣਾਂ ਵੀ ਲੜੀਆਂ, ਚੰਡੂਨੀ ਉਹਨੇ ਵੀ ਕਦੇ ਉਹਨਾਂ ਦੀ ਲਾਈਨ 'ਚ ਖੜੇ ਸੀ, ਉਹਨਾਂ ਨਾਲ ਖੜੇ ਸੀ। ਸੋ ਉਹ ਸਾਰੇ ਜੋਗਿੰਦਰ ਯਾਦਵ ਅੱਜ ਕੱਲ੍ਹ ਕਿਸਾਨ ਲੀਡਰ ਬਣੇ ਹੋਏ ਨੇ, ਮੋਰਚੇ ਦਾ ਹਿੱਸਾ ਨੇ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨਾਲ ਕਿਸਾਨ ਕਿੰਨੇ ਨੇ ਮੈਨੂੰ ਨਹੀਂ ਪਤਾ, ਉਹ ਉਹਨਾਂ ਨੂੰ ਪਤਾ ਹੋਏਗਾ। ਪਰ ਉਹ ਜਿੰਨੇ ਸਾਊ ਦਿਖਦੇ ਨੇ ਉਹਨੇ ਸਰਕਾਰ ਨੂੰ ਲੱਗਦੇ ਨਹੀਂਗੇ। ਤਾਂ ਹੀ ਸਰਕਾਰ ਨੇ ਕਦੇ ਮੀਟਿੰਗ 'ਚ ਬੁਲਾਇਆ। ਮੈਂ ਇਸੇ ਗੱਲ ਤੇ ਆਉਣਾ ਚਾਹੁੰਦਾ ਕਿ ਜਿੱਦਣ ਮੀਟਿੰਗ ਸ਼ੁਰੂ ਹੁੰਦੀ ਆ, ਬਿਲਕੁਲ ਉਦਣ ਵੀ ਜੋਗਿੰਦਰ ਯਾਦਵ ਨੂੰ ਬਾਹਰ ਕੀਤਾ ਗਿਆ ਸੀ, ਔਰ ਜਿੱਦਣ ਹੁਣ ਮੀਟਿੰਗ ਖਤਮ ਹੋਣੀ ਆ, ਮਾਮਲਾ ਹੱਲ ਹੋਣਾ, ਉਦਣ ਵੀ ਜੋਗਿੰਦਰ ਯਾਦਵ ਨੂੰ ਬਾਹਰ। ਮੈਨੂੰ ਇਸ ਦੇ ਪਿੱਛੇ ਲਖੀਮਪੁਰ ਨਹੀਂ, ਮੈਨੂੰ ਇਹਦੇ ਪਿੱਛੇ ਅਮਿਤ ਸ਼ਾਹ ਲੱਗਦਾ। ਜੋਗਿੰਦਰ ਯਾਦਵ ਹੋਰੀ ਲਖੀਮਪੁਰ ਜਾਂਦੇ ਨੇ,
ਕਿਸਾਨ ਪਰਿਵਾਰਾਂ ਨੂੰ ਮਿਲਦੇ ਨੇ ਜਿਨ੍ਹਾਂ ਦੀ ਜਾਨ ਜਾਂਦੀ ਆ। ਉਹ ਤੋਂ ਬਾਅਦ ਉਹ ਜਿਹੜੇ ਬੀਜੇਪੀ ਦੇ ਵਰਕਰ ਉਸ ਗੱਡੀ ਥੱਲੇ ਆ ਕੇ ਜਾਂ ਕਿਸਾਨਾਂ ਦੇ ਰਿਐਕਸ਼ਨ ਟਕੈਤ ਦੇ ਕਹਿਣ ਅਨੁਸਾਰ ਕੁੱਟ ਕੇ ਮਰੇ, ਉਹਨਾਂ ਦੇ ਘਰਾਂ 'ਚ ਚਲੇ ਜਾਂਦੇ ਨੇ। ਮੋਰਚਾ ਕਹਿੰਦਾ ਉਹਨਾਂ ਦੇ ਘਰਾਂ 'ਚ ਜਾਣ ਦਾ ਕੀ ਮਤਲਬ ਸੀ? ਇਹ ਮੋਰਚੇ ਦਾ ਕੰਮ ਨਹੀਂ ਸੀ। ਇਸ ਮਸਲੇ ਨੂੰ ਲੈ ਕੇ ਜੋਗਿੰਦਰ ਯਾਦਵ ਨੇ ਮੀਟਿੰਗ ਦੇ ਅੰਦਰ ਮਾਫੀ ਮੰਗੀ, ਬਾਹਰ ਵੀ ਤੇ ਅੰਦਰ ਵੀ ਉਹਨੇ ਕਿਹਾ ਕਿ ਮੇਰਾ ਨਿੱਜੀ ਸੀ, ਮੈਂ ਜਿਹੋ ਜੀ ਪੜ੍ਹੀ ਹੈ ਸ਼ੈਲੀ, ਜਿਹੋ ਜਿਹਾ ਮੈਂ ਜੀਵਨ ਜਿਉਣਾ, ਮੈਨੂੰ ਲੱਗਿਆ ਕਿ ਪੀੜਤ ਪਰਿਵਾਰਾਂ ਤੱਕ ਜਾਣ 'ਚ ਕੋਈ ਹਰਜ ਨਹੀਂ, ਅਫਸੋਸ ਪ੍ਰਗਟਾਉਣ 'ਚ ਕੋਈ ਹਰਜ ਨਹੀਂ। ਫਿਰ ਵੀ ਜੇਕਰ ਲੱਗਦਾ ਮੋਰਚੇ ਨੂੰ ਕਿ ਮੈਂ ਗਲਤੀ ਕੀਤੀ ਹੈ, ਮੈਂ ਮਾਫੀ ਮੰਗਦਾ। ਮੈਨੂੰ ਲੱਗਦਾ ਇਹ ਤੋਂ ਬਾਅਦ ਮਾਮਲਾ ਨਿਬੜ ਜਾਣਾ ਚਾਹੀਦਾ ਸੀ, ਪਰ ਨਹੀਂ ਨਿਬੜਿਆ। ਇਹਦਾ ਮਤਲਬ ਜਿਹੜੇ ਅਧਿਕਾਰੀ ਗੱਲ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਨਾਲ, ਇਹ ਉਹਨਾਂ ਦਾ ਇੱਕ ਫੈਸਲਾ ਸੀਗਾ ਕਿ ਹੁਣ ਮਾਮਲਾ ਜੇ ਨਿਬੇੜਨਾ ਤਾਂ ਇਹਨੂੰ ਬਾਹਰ ਕਰੋ। ਪਹਿਲੇ ਦਿਨ ਜਦੋਂ 26-27 ਨਵੰਬਰ ਨੂੰ ਆਪਾਂ ਉੱਥੇ ਪਹੁੰਚਦੇ ਹਾਂ, ਆਪਾਂ ਬਤੌਰ ਮੀਡੀਆ ਉੱਥੇ ਖੜੇ ਹੁੰਦੇ ਆ, ਤਾਂ ਮੈਂ ਦੇਖਦਾ ਕਿ ਟਰੈਕਟਰ ਟਰੈਲੀਆਂ ਆ ਕੇ ਰੁਕਦੀਆਂ ਨੇ ਤੇ ਉਹ ਤੋਂ ਬਾਅਦ ਸਰਕਾਰ ਦਾ ਸੁਨੇਹਾ ਆਉਂਦਾ ਕਿ 3 ਦਸੰਬਰ ਵਾਲੀ ਬੈਠਕ 1 ਦਸੰਬਰ ਨੂੰ। ਡਰ ਇੰਨਾ ਸੀ, ਸਰਕਾਰ ਤੇ ਦਬਾਅ ਇੰਨਾ ਸੀ ਕਿ 3 ਵਾਲੀ ਬੈਠਕ 1 ਨੂੰ ਕੀਤੀ। ਤੇ ਜਦੋਂ ਆਪਾਂ 1 ਨੂੰ ਵਿਗਿਆਨ ਭਵਨ ਦੇ ਬਾਹਰ ਖੜੇ ਸੀ ਤਾਂ ਅੰਦਰ ਇੱਕ ਲਿਸਟ ਮੋਰਚੇ ਵੱਲੋਂ ਭੇਜੀ ਗਈ ਸੀ ਕਿ ਸਾਡੇ ਆਹ ਲੀਡਰ ਹੋਣਗੇ। ਇੱਕ ਬਾਹਰ ਕੈਬਨ ਬਣਿਆ ਸੀ, ਖੋਖਾ ਜਿਹਾ ਰੱਖਿਆ ਸੀ ਤੇ ਉਹਦੇ ਪਰ ਨਾ ਲੀਡਰ ਆਪਣਾ ਨਾਂ ਲਿਖਦੇ ਸੀ ਤੇ ਇੱਕ ਆਇਡੈਂਟੀ ਕਾਰਡ ਦਿੰਦੇ ਸੀ ਕਿ ਜਾਓ ਜੀ ਅੰਦਰ। ਜਦੋਂ ਮੈਂ ਉਹ ਲਿਸਟ ਦੇਖੀ ਤੇ ਅੰਦਰ ਗਈ ਲਿਸਟ ਦੇਖੀ ਤਾਂ ਉਹ 'ਚ ਜੋਗਿੰਦਰ ਯਾਦਵ ਸਣੇ ਆਰਬੀ ਸਿੰਘ ਕਿਹੜਾ ਉਹ ਉਹਨਾਂ ਦੇ ਨਾਂ ਨਹੀਂ ਸੀਗੇ, ਉਹਨਾਂ 'ਚ 3 ਬੰਦੇ ਦੇ ਨਾਂ ਸੀ, ਉਹ ਜੋਗਿੰਦਰ ਯਾਦਵ ਦਾ ਨਾਂ ਵੀ ਨਹੀਂ ਸੀ। ਸੋ ਜਦੋਂ ਮੈਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਪਤਾ ਲੱਗਾ ਕਿ ਅੰਦਰੋਂ ਸੁਨੇਹਾ ਆਇਆ ਕਿ ਜੇ ਜੋਗਿੰਦਰ ਯਾਦਵ ਮੀਟਿੰਗ 'ਚ ਹੋਣਗੇ ਫਿਰ ਮੀਟਿੰਗ ਨਹੀਂ ਹੋਏਗੀ। ਉਹ ਕਹਿੰਦੇ ਜੀ ਇਹ ਕਿਉਂ? ਕਹਿੰਦੇ ਜੋਗਿੰਦਰ ਯਾਦਵ ਕਿਸਾਨ ਲੀਡਰ ਹੁਣ ਬਣਿਆ, ਪੋਲੀਟੀਕਲ ਲੀਡਰ ਉਹ ਪਹਿਲਾਂ ਹੈ। ਸੋ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਕਿ ਸਾਡੇ 'ਚ ਪੋਲੀਟੀਕਲੀ ਕੋਈ ਥਾਂ ਨਹੀਂ। ਸੋ ਇਸ ਲਈ ਜੋਗਿੰਦਰ ਯਾਦਵ ਫਿਰ ਪ੍ਰੈਸ ਕਾਨਫਰੰਸਾਂ ਜੋਗੇ ਰਹਿ ਗਏ, ਮੀਟਿੰਗਾਂ ਜੋਗੇ ਨਹੀਂ ਰਹੇ। ਉਹਨਾਂ ਨੂੰ ਪਹਿਲੇ ਦਿਨ ਅਮਿਤ ਸ਼ਾਹ ਦੇ ਇਸ਼ਾਰੇ ਤੇ ਉੱਤੇ ਕਹਿੰਦੇ ਬਾਹਰ ਕੀਤਾ ਗਿਆ। ਤੇ ਜੇ ਹੁਣ ਗੱਲ ਨਿਬੜਨ ਵਾਲੀ ਦਾ ਮਤਲਬ ਫਿਰ ਅਮਿਤ ਸ਼ਾਹ ਨੇ ਕਿਹਾ ਪਹਿਲਾਂ ਜੋਗਿੰਦਰ ਯਾਦਵ ਨੂੰ ਲਾਂਭੇ ਕਰੋ। ਸੋ ਜਾਂ ਤਾਂ ਉਹਦਾ ਪੜ੍ਹਿਆ ਲਿਖਿਆ ਜ਼ਿਆਦਾ ਤੰਗ ਕਰਦਾ, ਉਹਨਾਂ ਨੂੰ ਉਹਦੀਆਂ ਚਿੱਠੀਆਂ ਟਵੀਟ ਤੰਗ ਕਰਦੇ ਨੇ, ਜਾਂ ਉਹਦੀ ਸ਼ੈਲੀ ਜਾਂ ਉਹਨਾਂ ਦਾ ਪੋਲੀਟੀਕਲ ਉਹਨੂੰ ਲੱਗਦਾ ਕਿ ਇਹ ਰਾਜਨੀਤਿਕ ਤੌਰ ਤੇ ਵੱਡਾ ਮਾਇਲੇ ਨਾਲ ਲੈ ਜਾਵੇ। ਜੋ ਵੀ ਹੋਵੇ, ਮੈਨੂੰ ਇਹਦੇ ਪਿੱਛੇ ਲੱਗਦਾ ਕਿ ਇਹ ਸੰਕੇਤ ਮੈਨੂੰ ਅੰਦੋਲਨ ਲਈ ਸ਼ੁਭ ਲੱਗਦਾ। ਯਾਨੀ ਕਿ ਜਿਹੜੀ ਪੂਰੀ ਪਿਕਚਰ ਬਣਾਈ ਗਈ ਹੈ ਕਿਤੇ ਨਾ ਕਿਤੇ ਇਹ ਬਿੱਲ ਰੱਦ ਜਾਂ ਜਿਹੜੇ ਸ਼ਬਦ ਤੁਸੀਂ ਕਹਿੰਦੇ ਡੈਡ ਸਰਕਾਰ ਜੋ ਸ਼ਬਦ ਵਰਤੇਗੀ ਉਹ ਉਹਦੇ ਲਈ ਵਰਤੀ ਗਈ। ਦੇਖੋ, ਲਖੀਮਪੁਰ ਵਾਲੀ ਘਟਨਾ ਤੁਰੰਤ ਨਿਬੇੜਨ ਦੇ ਲਈ ਸਾਹਮਣੇ ਆਉਣਾ। ਯੋਗੀ ਦੀ ਸਰਕਾਰ ਹੋਵੇ, ਬੰਦਾ ਕੇਂਦਰ 'ਚ ਮੰਤਰੀ ਹੋਵੇ ਔਰ ਕਹਿੰਦਾ ਮੈਂ ਅਸਤੀਫਾ ਨਹੀਂ ਦਊਂਗਾ, ਉਹ ਤੋਂ ਬਾਅਦ ਮੁੰਡੇ ਦੀ ਗ੍ਰਿਫਤਾਰੀ ਇੰਨੀ ਛੇਤੀ ਹੋਣਾ, ਪਰਿਵਾਰ ਨੂੰ ਪੈਸੇ ਅਨਾਉਂਸ ਕਰਨਾ ਤੇ ਪਹੁੰਚਾਉਣਾ ਪੈਸੇ, ਠੀਕ ਹੈ ਨਾ, ਇਹ ਯੋਗੀ ਸਰਕਾਰ ਇੰਨੀ ਛੇਤੀ ਚੁੱਕੀ। ਇਹਦਾ ਮਤਲਬ ਅੰਦੋਲਨ ਦਾ ਦਬਾਅ ਸੀ ਔਰ ਜਿਹੜੀ ਗੱਲਬਾਤ ਨੇੜੇ ਲੱਗੀ ਸੀ ਸਰਕਾਰ ਉਹ ਨਿਬੇੜਨਾ ਚਾਹੁੰਦੀ ਸੀ ਕਿ ਯੂਪੀ ਪਹਿਲਾਂ ਖਿਸਕ ਰਿਹਾ, ਪੰਜਾਬ ਹੱਥ ਆ ਨਹੀਂ ਰਿਹਾ, ਉੱਤਰਾਖੰਡ ਚਲਾ ਜਾਣਾ, ਗੋਆ 'ਚ ਸਾਡੇ ਪੈਰ ਨਹੀਂ ਲੱਗ ਰਹੇ, ਜਾਵਾਂਗੇ ਕਿੱਥੇ ਨੂੰ। ਸੋ ਇਸ ਲਈ ਮਿਸ਼ਨ ਯੂਪੀ ਨੂੰ ਲੈ ਕੇ ਉਹਨਾਂ ਨੇ ਛੇਤੀ ਮਾਮਲਾ ਨਿਬੇੜਿਆ। ਉਹ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਫੋਟੋਆਂ ਦਾ ਸਾਹਮਣੇ ਆਉਣਾ। ਹੁਣ ਇਹ ਫੋਟੋਆਂ ਟ੍ਰਿਬਿਊਨ ਕੋਲ ਪਹੁੰਚੀਆਂ, ਕਿੱਥੋਂ ਪਹੁੰਚੀਆਂ? ਅਗਸਤ ਦੀਆਂ ਦੱਸੀ ਜਾ ਰਹੀਆਂ ਨੇ, ਜੁਲਾਈ ਅਗਸਤ, ਠੀਕ ਹੈ ਨਾ। ਇਸ ਲਈ ਸਾਹਮਣੇ ਆਉਣਾ, ਉਹਨੇ ਕਾਫੀ ਅੰਦੋਲਨ ਨੂੰ ਬਚਾਉਣ 'ਚ ਭੂਮਿਕਾ ਨਿਭਾਤੀ, ਨਹੀਂ ਤਾਂ ਕਿ ਹੋਰ ਧੱਬੇ ਲਾਤੇ ਸੀ ਨੈਸ਼ਨਲ ਮੀਡੀਆ ਨੇ। ਸੋ ਇਸ ਲਈ ਉਹ ਸਾਰਾ ਕੁਝ ਛੇਤੀ ਨਿਬੇੜਨਾ ਤੇ ਉਹ ਤੋਂ ਬਾਅਦ ਹੁਣ ਜੋਗਿੰਦਰ ਯਾਦਵ ਵਾਲਾ ਮਾਮਲਾ। ਮੈਨੂੰ ਇਹ ਸਾਰੀਆਂ ਘਟਨਾਵਾਂ ਨੂੰ ਜਦੋਂ ਮੈਂ ਕੜੀ 'ਚ ਰੱਖ ਕੇ ਦੇਖਦਾ ਤਾਂ ਮੈਨੂੰ ਲੱਗਦਾ ਕਿ 3 ਖੇਤੀ ਕਾਨੂੰਨਾਂ ਦਾ ਮਾਮਲਾ ਨਿਬੜਨ ਵਾਲਾ, ਸਰਕਾਰ ਗੋਡੇ ਟੇਕ ਚੁੱਕੀ ਆ। ਸਰਕਾਰ ਸਿਰਫ ਹੁਣ ਉਹ ਦਿਖਾਉਣਾ ਚਾਹੁੰਦੀ ਹੈ ਕਿ ਲਓ ਭਾਈ ਅਸੀਂ ਗੋਡਿਆਂ ਭਰ ਬੈਠੇ ਹਾਂ, ਸਾਨੂੰ ਉਹ ਤਸਵੀਰ ਦਾ ਸਿਰਫ ਇੰਤਜ਼ਾਰ ਆ ਜਿੱਦਣ ਸਰਕਾਰ ਬੁਲਾ ਕੇ ਕਰੇਗੀ। ਔਰ ਉਹ ਤਸਵੀਰ ਦੀਵਾਲੀ ਤੋਂ ਪਹਿਲਾਂ ਆਉਣ ਦੀ ਆਸ ਆ। ਐਕਤੀ ਘਿਓ ਦੇ ਦੀਵੇ, ਸਰੋਂ ਦੇ ਤੇਲ ਦੇ ਦੀਵੇ ਕਿਸਾਨ ਆਪਣੀਆਂ ਮੋਟਰਾਂ ਤੇ ਆ ਕੇ ਬਾਲਣਗੇ, ਆਪਣੇ ਖੇਤਾਂ 'ਚ ਆ ਕੇ ਬਾਲਣਗੇ, ਆਪਣੇ ਘਰਾਂ ਦੀਆਂ ਚੌਕਟਾਂ ਤੇ ਆ ਕੇ ਬਾਲਣਗੇ, ਪਿੰਡ ਦੀਆਂ ਸੱਥਾਂ 'ਚ ਆ ਕੇ ਬਾਲਣਗੇ। ਸੋ ਐਕਤੀ ਖੇਤ ਰੋਸ਼ਨ ਹੋਣਗੇ। ਇਹ ਚਾਨਣ ਭਰੀ ਦੀਵਾਲੀ ਹੋ ਸਕਦੀ ਹੈ। ਪਰ ਮੇਰਾ ਇੱਕ ਸਵਾਲ